ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਬਿਲਾਵਲ ਚੱਲ ਰਿਹਾ ਹੈ ਮਹਾਰਾਜ ਜੀ ਦੀ ਭਗਤ ਬਾਣੀ। ਕਬੀਰ ਜੀ ਮਹਾਰਾਜ, ਭਗਤ ਨਾਮਦੇਵ ਜੀ ਮਹਾਰਾਜ ਔਰ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਸ਼ਬਦਾਂ ਦੀ ਕਥਾ ਪਿੱਛੇ ਆਪ ਜੀ ਸਰਵਣ ਕਰ ਚੁੱਕੇ ਹੋ। ਅਖੀਰਲਾ ਸ਼ਬਦ ਰਾਗ ਬਿਲਾਵਲ ਦਾ ਜੋ ਮਹਾਰਾਜ ਭਗਤ ਸਧਨਾ ਜੀ ਨੇ ਉਚਾਰਨ ਕੀਤਾ ਹੈ। ਭਗਤ ਸਧਨਾ ਜੀ ਜਿਹੜੇ ਪਹਿਲਾਂ ਕਸਾਈ ਸਨ, ਰੋਜ਼ ਕਸਾਈ ਖਾਨੇ ਵਿੱਚ ਬੱਕਰੇ ਹਲਾਲ ਕਰਿਆ ਕਰਦੇ ਸੀ। ਪਰਮੇਸ਼ਰ ਦੀ ਭਗਤੀ ਦਾ ਰੰਗ ਲੱਗਾ, ਮਾੜੇ ਕਰਮ ਛੁੱਟ ਗਏ, ਪ੍ਰਭੂ ਭਗਤੀ 'ਚ ਤਤਪਰ ਹੋ ਗਏ। ਭਗਤੀ ਕਰਦਿਆਂ ਕਰਦਿਆਂ, ਪ੍ਰਭੂ ਦੀ ਬੰਦਗੀ ਕਰਦਿਆਂ ਕਰਦਿਆਂ ਪ੍ਰਤਾਪ ਵਧਿਆ। ਕੁਝ ਈਰਖਾਲੂ ਲੋਕਾਂ ਨੇ ਸਮੇਂ ਦੇ ਹਾਕਮ ਦੇ ਕੋਲ ਜਾ ਕੇ ਭਗਤ ਸਧਨੇ ਦੀ ਸ਼ਿਕਾਇਤ ਕੀਤੀ ਕਿ ਕਸਾਈ ਹੈ ਤੇ ਮੰਦਰਾਂ ਵਿੱਚ ਬਹਿ ਕੇ ਭਗਤੀ ਕਰਨ ਲੱਗ ਪਿਆ। ਹਾਕਮ ਨੇ ਹੁਕਮ ਕੀਤਾ ਕਿ ਇਹਨੂੰ ਬੁਰਜ ਦੇ ਵਿੱਚ ਚਿਣ ਕੇ ਮਾਰ ਦਿੱਤਾ ਜਾਵੇ। ਭਗਤ ਸਧਨਾ ਜੀ ਮਹਾਰਾਜ ਜੀ ਨੂੰ ਇੱਕ ਬੁਰਜ ਉਸਾਰ ਕੇ ਉਹਦੇ 'ਚ ਚਿਣਿਆ ਜਾਣ ਲੱਗਾ। ਜਦੋਂ ਚਿੜਾਈ ਗਲ ਤੱਕ ਪਹੁੰਚੀ ਤਾਂ ਭਗਤ ਸਧਨਾ ਜੀ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ, ਹੈ ਪ੍ਰਭੂ ਮੇਰੇ ਤੇ ਤਰਸ ਕਰੋ ਤੇ ਬਚਾਓ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਤਾਂ ਉਸ ਵਕਤ ਮਹਾਰਾਜ ਭਗਤ ਸਧਨਾ ਜੀ ਨੇ ਕਿਸੇ ਕਾਮੀ ਤੇ ਸਵਾਰਥੀ ਮਨੁੱਖ ਦੀ ਉਦਾਹਰਣ ਦੇ ਕੇ ਪਰਮੇਸ਼ਰ ਨੂੰ ਬੇਨਤੀ ਕੀਤੀ ਹੈ। ਰਾਗ ਬਿਲਾਵਲ ਦਾ ਇਹ ਪਾਵਨ ਸ਼ਬਦ ਹੈ, ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਭਗਤ ਸਧਨਾ ਜੀ ਦਾ ਧਿਆਨ, ਹਿਰਦੇ 'ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਸਧਨੇ ਕੀ ਰਾਗ ਬਿਲਾਵਲ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬਾਣੀ ਭਗਤ ਸਧਨਾ ਜੀ ਦੀ ਹੈ, ਰਾਗ ਬਿਲਾਵਲ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਸ਼ਬਦ ਦੀ ਆਰੰਭਤਾ ਕਰਦੇ ਹਨ। ਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ। ਖਾਲਸਾ ਜੀ, ਇੱਕ ਰਾਜਾ ਹੈ। ਰਾਜੇ ਦੀ ਕੰਨਿਆ ਨੇ ਪ੍ਰਣ ਕੀਤਾ ਕਿ ਮੈਂ ਸ਼ਾਦੀ ਭਗਵਾਨ ਵਿਸ਼ਨੂੰ ਨਾਲ ਕਰਨੀ, ਨਹੀਂ ਤਾਂ ਜ਼ਿੰਦਗੀ ਕੁਆਰੀ ਰਹਾਂਗੀ, ਸ਼ਾਦੀ ਨਹੀਂ ਕਰਾਵਾਂਗੀ। ਇਹ ਐਲਾਨ ਸਾਰੇ ਦੇਸ਼ ਵਿੱਚ ਹੋ ਗਿਆ। ਸੁਨਿਆਰਿਆਂ ਦਾ ਇੱਕ ਮੁੰਡਾ ਸੀ, ਬੜਾ ਸੋਹਣਾ ਸੁਨੱਖਾ। ਉਹਦਾ ਇੱਕ ਮਿੱਤਰ ਸੀ ਤਰਖਾਣ। ਦੋਨਾਂ ਨੇ ਰਲ ਕੇ ਆਪਸ ਵਿੱਚ ਵਿਉਂਤਬੰਦੀ ਬਣਾਈ। ਤਰਖਾਣ ਕਹਿਣ ਲੱਗਾ ਵੀ ਮੈਂ ਤੈਨੂੰ ਇੱਕ ਉਡਨ ਖਟੋਲਾ ਬਣਾ ਕੇ ਦਿਆਂਗਾ, ਗਰੁੜ ਵਰਗਾ, ਜਿਹੜਾ ਭਗਵਾਨ ਵਿਸ਼ਨੂੰ ਦਾ ਵਾਹਨ ਹੈ। ਉਹ ਉੱਡੇਗਾ, ਉੱਡ ਕੇ ਰਾਜ ਮਹਿਲਾਂ ਤੇ ਤੂੰ ਉਹਦਾ ਤੇ ਬੈਠ ਕੇ ਜਾਈਂ। ਵਿਸ਼ਨੂੰ ਦਾ ਸਰੂਪ ਤੂੰ ਧਾਰਨ ਕਰ ਲਈ। ਵੇਖਣ ਨੂੰ ਤਾਂ ਸੋਹਣਾ ਸੁਨੱਖਾ ਹੈ ਹੀ ਹੈ ਤੂੰ, ਰੰਗ ਤੇਰਾ ਸੋਨੇ ਵਰਗਾ ਚਮਕਦਾ, ਸਾਵਲਾ ਭਾਅ ਵੀ ਮਾਰਦਾ। ਤੂੰ ਮੁਕਟ ਧਾਰਨ ਕਰ, ਦੋ ਬਾਹਾਂ ਤੇਰੀਆਂ ਨਕਲੀ ਮੈਂ ਬਣਾ ਦਿੰਦਾ, ਜਿਹੜੀਆਂ ਪਤਾ ਨਾ ਲੱਗਣ ਵੀ ਨਕਲੀ ਨੇ ਕਿ ਅਸਲੀ, ਕਿਉਂਕਿ ਭਗਵਾਨ ਵਿਸ਼ਨੂੰ ਦੀਆਂ ਬਾਹਾਂ ਚਾਰ ਹੁੰਦੀਆਂ। ਦੋਨਾਂ ਨੇ ਘਾੜਤ ਘੜ ਲਈ, ਵਿਉਂਤਬੰਦੀ ਬਣਾ ਲਈ।
ਉਹਨੇ ਲੱਕੜੀ ਦਾ ਇੱਕ ਉਡਣ ਖਟੋਲਾ ਬਣਾ ਕੇ ਇਹਦੀਆਂ ਬਾਹਾਂ ਵੀ ਪਿੱਛੇ ਪਾਸੇ ਦੋ ਹੋਰ ਲਾ ਦਿੱਤੀਆਂ। ਇਹਨੇ ਸਿਰ ਤੇ ਮੁਕਟ ਲਾਇਆ, ਚਾਰ ਬਾਹਾਂ ਬਣਾ ਕੇ ਆਪਣੀਆਂ ਭਗਵਾਨ ਵਿਸ਼ਨੂੰ ਦਾ ਭੇਖ ਧਾਰਨ ਕਰਕੇ ਮਹਿਲਾਂ ਦੇ ਉੱਤੇ ਉਤਰਿਆ ਤੇ ਰਾਜਕੁਮਾਰੀ ਨੂੰ ਮਿਲਿਆ। ਕਹਿਣ ਲੱਗਾ, ਹੇ ਰਾਜਕੁਮਾਰੀ, ਮੈਂ ਵਿਸ਼ਨੂੰ ਹਾਂ ਔਰ ਤੇਰੇ ਨਾਲ ਸ਼ਾਦੀ ਕਰਨ ਵਾਸਤੇ ਆਇਆ ਹਾਂ। ਹੁਣ ਉਹ ਭਗਤੀ ਭਾਵ ਚ ਭਰੀ ਹੋਈ ਉਹਨੇ ਨਮਸਕਾਰ ਕੀਤੀ ਤੇ ਕਹਿਣ ਲੱਗਾ ਕਿ ਹੁਣ ਮੈਂ ਇਸੇ ਸਰੂਪ ਵਿੱਚ, ਨਰ ਸਰੂਪ ਵਿੱਚ ਤੇਰੇ ਕੋਲ ਰਹਿਣਾ, ਇਸ ਕਰਕੇ ਮੈਂ ਆਪਣੀਆਂ ਦੋ ਬਾਹਾਂ ਅਲੋਪ ਕਰਨ ਲੱਗਾ ਤੇ ਦੋ ਹੀ ਰੱਖਾਂਗਾ। ਦੋ ਬਾਹਾਂ ਧਾਰਨ ਕਰਕੇ ਇਹਦੇ ਨਾਲ ਸ਼ਾਦੀ ਕਰਾ ਲਈ। ਜਿਹੜਾ ਰਾਜਾ ਸੀ ਉਹ ਬੜਾ ਖੁਸ਼ ਕਿ ਭਗਵਾਨ ਵਿਸ਼ਨੂੰ ਮੇਰਾ ਦਮਾਦ ਬਣ ਗਿਆ, ਜਵਾਈ ਬਣ ਗਿਆ। ਹੁਣ ਮੈਨੂੰ ਕਿਹਦਾ ਡਰ, ਮੈਨੂੰ ਕਿਹਦਾ ਭੈ। ਉਹਨੇ ਜਿਹੜੀ ਫੌਜ ਸੀ ਆਪਣੇ ਕੋਲ ਰੱਖੀ ਹੋਈ ਸੋਚਣ ਲੱਗਾ ਵੀ ਇਹ ਫੌਜ ਨੂੰ ਬਿਨਾਂ ਗੱਲ ਤੋਂ ਤਨਖਾਹਾਂ ਹੀ ਭਰ ਰਹੀਆਂ ਨੇ। ਜੇ ਕੋਈ ਦੁਸ਼ਮਣ ਆਵੇਗਾ, ਮੇਰਾ ਜਵਾਈ ਭਗਵਾਨ ਆਪ ਹੈ ਤੇ ਮੈਂ ਉਹਨੂੰ ਕਹਾਂਗਾ, ਉਹ ਜਾ ਕੇ ਆਪੇ ਲੜੇਗਾ। ਫੌਜ ਰੱਖਣ ਦੀ ਮੈਨੂੰ ਕੀ ਲੋੜ ਹੈ। ਆਪਣੀ ਫੌਜ ਨੂੰ ਕਿਹਾ ਵੀ ਤੁਸੀਂ ਜਾਓ ਭਾਈ, ਮੈਨੂੰ ਹੁਣ ਤੁਹਾਡੀ ਲੋੜ ਨਹੀਂ। ਗੁਆਂਢੀ ਦੇਸ਼ ਦਾ ਰਾਜਾ ਜਿਹੜਾ ਸੀ ਉਹ ਇਹਦਾ ਵਿਰੋਧੀ ਸੀ। ਉਹਨੂੰ ਖਬਰ ਹੋਈ ਕਿ ਰਾਜੇ ਨੇ ਸੈਨਾ ਟੋਰ ਦਿੱਤੀ ਹੈ। ਹੁਣ ਉਹ ਬਿਲਕੁਲ ਕਮਜ਼ੋਰ ਹੈ, ਲੜਨ ਵਾਸਤੇ ਉਹਦੇ ਕੋਲ ਫੌਜ ਕੋਈ ਨਹੀਂ। ਉਹਨੇ ਆਪਣੀ ਫੌਜ ਲਿਆ ਕੇ ਜੰਗ ਦਾ ਬਿਗਲ ਵਜਾ ਦਿੱਤਾ। ਰਾਜੇ ਨੂੰ ਸੁਨੇਹਾ ਮਿਲਿਆ ਕਿ ਦੁਸ਼ਮਣ ਰਾਜਾ ਚੜ ਕੇ ਆਉਣ ਲੱਗਾ। ਇਹ ਅੱਗੋਂ ਬੇਫਿਕਰਾ ਕਹਿੰਦਾ, ਮੈਨੂੰ ਕਾਹਦੀ ਚਿੰਤਾ, ਮੇਰਾ ਤਾਂ ਜਵਾਈ ਜਿਹੜਾ ਉਹ ਆਪ ਖੁਦ ਭਗਵਾਨ ਵਿਸ਼ਨੂੰ ਹੈ। ਜਾ ਕੇ ਆਪਣੇ ਜਵਾਈ ਨੂੰ ਆਖਿਆ, ਦਮਾਦ ਜੀ, ਭਗਵਾਨ ਜੀ, ਜਾਓ ਜਾ ਕੇ ਲੜੋ। ਹੁਣ ਉਹ ਤਾਂ ਕਾਮੀ ਸੀ, ਸਵਾਰਥੀ ਸੀ, ਕਪਟੀ ਸੀ, ਛਲੀਆ ਸੀ। ਸੋਚਣ ਲੱਗਾ ਵੀ ਇਹ ਕੀ ਹੋ ਗਿਆ ਮੇਰੇ ਨਾਲ, ਵੀ ਉੱਥੇ ਜਾ ਕੇ ਮਰਨ ਨਾਲੋਂ ਚੰਗਾ ਇੱਥੇ ਫਾਹੇ ਚੜ ਕੇ ਮਰ ਜਾਵਾਂ, ਉੱਥੇ ਬੇਇੱਜ਼ਤੀ ਹੋਵੇਗੀ। ਇਹਨੇ ਦਰਵਾਜ਼ਾ ਬੰਦ ਕੀਤਾ ਤੇ ਗਲ 'ਚ ਰੱਸੀ ਪਾ ਕੇ ਆਪਣੇ ਆਪ ਨੂੰ ਫਾਹੇ ਟੰਗਣ ਲੱਗਾ ਤੇ ਇੰਨੇ ਨੂੰ ਭਗਵਾਨ ਜੀ ਪ੍ਰਗਟ ਹੋ ਗਏ। ਉਹ ਕਹਿੰਦੇ, ਕਾਮੀਆਂ ਸਵਾਰਥੀਆ, ਮੇਰੇ ਨਾਂ ਨੂੰ ਬੱਜ ਲਾਉਣੀ ਹੈ। ਲੋਕਾਂ ਨੇ ਕਹਿਣਾ ਦੁਸ਼ਮਣ ਦੀ ਫੌਜ ਤੋਂ ਡਰ ਕੇ ਭਗਵਾਨ ਵਿਸ਼ਨੂੰ ਜਿਹੜਾ ਉਹਨੇ ਆਪਣੇ ਆਪ ਨੂੰ ਫਾਹੇ ਟੰਗ ਲਿਆ ਤੇ ਮੇਰੇ ਨਾਂ ਨੂੰ ਬੱਜ ਲਾਵੇਂਗਾ ਮਲੇਛਾ। ਬਹਿ ਜਾ ਇੱਥੇ, ਮੈਂ ਜਾ ਕੇ ਤੇਰੇ ਵੱਲੋਂ ਲੜਦਾ ਹਾਂ। ਜਾ ਕੇ ਲੜੇ, ਦੁਸ਼ਮਣ ਰਾਜੇ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ। ਭਗਤ ਸਧਨਾ ਜੀ ਨੇ ਸਾਰੀ ਵਿਥਿਆ ਸੁਣੀ ਹੋਈ ਸੀ, ਇਹ ਸਾਖੀ ਸੁਣੀ ਹੋਈ ਸੀ ਤੇ ਭਗਤ ਸਧਨਾ ਜੀ ਪਰਮੇਸ਼ਰ ਅੱਗੇ ਉਸੇ ਸਾਖੀ ਨੂੰ ਚੇਤੇ ਕਰਕੇ ਬੇਨਤੀਆਂ ਕਰਦੇ ਨੇ। ਨਿਰਪ ਕੰਨਿਆ ਕੇ ਕਾਰਨੈ ਇੱਕ ਭਇਆ ਭੇਖ ਧਾਰੀ। ਨਿਰਪ ਕਹਿੰਦੇ ਆ ਰਾਜੇ ਨੂੰ, ਰਾਜੇ ਦੀ ਕੰਨਿਆ ਕਰਕੇ, ਰਾਜੇ ਦੀ ਲੜਕੀ ਕਰਕੇ। ਇੱਕ ਸੁਨਿਆਰਿਆਂ ਦਾ ਲੜਕਾ, ਉਹ ਕੇਵਲ ਭੇਖ ਧਾਰੀ ਹੋਇਆ, ਉਹਨੇ ਭਗਵਾਨ ਦਾ ਭੇਖ ਧਾਰਨ ਕੀਤਾ ਵੀ ਮੈਂ ਭਗਵਾਨ ਆ। ਉਹ ਭੇਖੀ ਬਣ ਕੇ, ਕਪਟੀ ਬਣ ਕੇ ਆਇਆ। ਕਾਮਾਰਥੀ ਵਾਕੀ ਪੈਜ ਸਵਾਰੀ। ਕਾਮਾਰਥੀ ਕਾਮੀ ਸੀ, ਕਾਮ ਦਾ ਭਾਵ ਰੱਖ ਕੇ ਆਇਆ ਸੀ ਮਲੇਛ। ਸਵਾਰਥੀ, ਸਵਾਰਥ ਸੀ ਉਹਨੂੰ ਕਿ ਮੈਂ ਰਾਜ ਭਾਗ ਦਾ ਸੁੱਖ ਮਾਣਾਂਗਾ, ਰਾਜੇ ਦੀ ਇੱਕੋ ਇੱਕ ਲੜਕੀ ਹੈ, ਮੇਰਾ ਹੀ ਹੋਵੇਗਾ ਸਭ ਕੁਝ। ਸਵਾਰਥ ਰੱਖ ਕੇ ਹੇ ਪ੍ਰਭੂ ਉਹ ਆਇਆ ਸੀ, ਪਰ ਹੇ ਪ੍ਰਭੂ ਇਹੋ ਜੇ ਭੇਖੀ ਦੀ, ਇਹੋ ਜੇ ਕਾਮੀ ਦੀ, ਇਹੋ ਜੇ ਸਵਾਰਥੀ ਦੀ ਵੀ ਤੂੰ ਆਪ ਕਿਰਪਾ ਕਰਕੇ ਪੈਜ ਰੱਖ ਲਈ ਸੀ। ਵਾਕੀ ਪੈਜ ਸਵਾਰੀ, ਮਹਾਰਾਜ ਉਹਦੀ ਤੁਸੀਂ ਪੈਜ ਸਵਾਰੀ, ਉਹਦੀ ਤੁਸੀਂ ਪੈਜ ਰੱਖ ਲਈ। ਜਿਹੜਾ ਭੇਖੀ ਸੀ, ਕਾਮੀ ਸੀ, ਸਵਾਰਥੀ ਸੀ, ਜਿਹੜਾ ਕੇਵਲ ਆਪਣੇ ਸਵਾਰਥ ਵਾਸਤੇ ਇਹ ਸਭ ਕੁਝ ਕਰ ਰਿਹਾ ਸੀ, ਹੇ ਪ੍ਰਭੂ ਤੂੰ ਉਹਦੀ ਪੈਜ ਸਵਾਰ ਲਈ, ਉਹਦੀ ਪੈਜ ਰੱਖ ਲਈ। ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ। ਮਹਾਰਾਜ
ਮੈਨੂੰ ਵੀ ਉਹੋ ਜਿਹਾ ਕਾਮੀ ਸਵਾਰਥੀ ਸਮਝ ਲੋ, ਨਾ ਸਮਝੋ ਵੀ ਮੈਂ ਸਦਨਾ ਤੇਰਾ ਭਗਤ ਹਾਂ। ਇਹ ਸਮਝ ਲਓ ਵੀ ਮੈਂ ਵੀ ਤੇਰੇ ਭਗਤਾਂ ਦੇ ਲਿਬਾਸ ਵਿੱਚ ਛੁਪਿਆ ਭੇਖ ਧਾਰੀ ਹਾਂ। ਜੇ ਉਹਦੀ ਪੈਜ ਸਵਾਰੀ ਸੀ ਤੇ ਕਿਰਪਾ ਕਰਕੇ ਮੈਨੂੰ ਵੀ ਰੱਖ ਲੋ। ਇਸ ਚਿਣਾਈ ਵਿੱਚ ਮੈਨੂੰ ਚਿਣ ਦੇਣ ਲੱਗੇ ਐ, ਮਾਰ ਦੇਣ ਲੱਗੇ ਐ। ਹੇ ਪ੍ਰਭੂ ਆਪ ਕਿਰਪਾ ਕਰਕੇ ਮੈਨੂੰ ਵੀ ਰੱਖ ਲੋ, ਮੇਰੀ ਪੈਜ ਵੀ ਸਵਾਰੋ। ਤੇ ਅੱਗੋਂ ਆਕਾਸ਼ਬਾਣੀ ਹੋਈ। ਆਕਾਸ਼ਬਾਣੀ ਹੋਈ ਤੇ ਕਹਿੰਦੇ ਸਦਨਿਆ ਇਹ ਤੇਰੇ ਕਰਮ ਨੇ, ਤੈਨੂੰ ਭੋਗਣੇ ਪੈਣੇ ਆ। ਇਹ ਤੇਰੇ ਕਰਮ ਨੇ, ਬੜੇ ਬੱਕਰੇ ਹਲਾਲ ਕੀਤੇ ਆ ਤੈਂ ਕਸਾਈ ਬਣ ਕੇ। ਇਹ ਤੇਰੇ ਕਰਮ ਨੇ, ਤੈਨੂੰ ਭੋਗਣੇ ਪੈਣੇ ਹਨ। ਤੇ ਅੱਗੋਂ ਭਗਤ ਜੀ ਫਿਰ ਕਹਿੰਦੇ ਮਹਾਰਾਜ ਤੇਰੇ ਗੁਣ ਕਹਿਣ ਦਾ, ਤੇਰੀ ਵਡਿਆਈ ਕਰਨ ਦਾ, ਤੇਰਾ ਭਜਨ ਕਰਨ ਦਾ, ਤੇਰਾ ਨਾਮ ਜਪਣ ਦਾ ਮੈਨੂੰ ਕੀ ਫਾਇਦਾ ਹੋਇਆ ਜੇ ਮੇਰੇ ਕਰਮ ਹੀ ਨਾਸ ਨਹੀਂ ਹੋਏ ਤੇ ਹਾਲੇ ਵੀ ਮੈਨੂੰ ਭੋਗਣੇ ਪੈਣੇ। ਤੋ ਗੁਣ ਕਹਾ ਜਗਤ ਗੁਰਾ, ਹੇ ਵਾਹਿਗੁਰੂ, ਹੇ ਜਗਤ ਗੁਰੂ, ਹੇ ਅਕਾਲ ਪੁਰਖ, ਤੇਰੇ ਗੁਣ ਕਹਿਣ ਦਾ ਮੈਨੂੰ ਕੀ ਫਾਇਦਾ ਹੋਇਆ ਜੇ ਮੈਨੂੰ ਹਾਲੇ ਵੀ ਇਹਨਾਂ ਕਰਮਾਂ ਦਾ ਭੈ ਸਤਾਵੇਗਾ, ਮੇਰੇ ਕਰਮ ਨਸ਼ਟ ਨਹੀਂ ਹੋਏ। ਜੋ ਕਰਮ ਨਾ ਨਸ, ਅਗਲੇ ਪੰਕਤੀ ਵਿੱਚ ਉਦਾਹਰਣ ਦਿੰਦੇ ਹਨ। ਸਿੰਘ ਸਰਣ ਕਤ ਜਾਈਐ ਜਾਉ ਜੰਬਕ ਗਰਾਸੈ। ਇਹ ਵਾਹਿਗੁਰੂ ਸ਼ੇਰ ਦੀ ਸ਼ਰਨ ਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਦਾ ਡਰ ਬਣਿਆ ਰਿਹਾ। ਆਖੋ ਸਤਨਾਮ ਵਾਹਿਗੁਰੂ। ਸ਼ੇਰ ਦੀ ਸ਼ਰਨ ਚ ਜਾ ਕੇ ਕੀ ਫਾਇਦਾ ਹੋਇਆ ਜੇ ਗਿੱਦੜਾਂ ਨਹੀਂ ਖਾ ਜਾਣਾ, ਗਿੱਦੜਾਂ ਨਹੀਂ ਆਪਣਾ ਗਰਾਸ ਬਣਾ ਜਾਣਾ। ਫਿਰ ਸ਼ੇਰ ਦਾ ਕੀ ਫਾਇਦਾ ਹੋਇਆ, ਸ਼ੇਰ ਦੀ ਸ਼ਰਨ ਦਾ ਕੀ ਫਾਇਦਾ ਹੋਇਆ। ਜੇ ਮੇਰੇ ਕਰਮ ਹੀ ਨਸ਼ਟ ਨਹੀਂ ਹੋਏ ਤੇ ਫਿਰ हे ਪ੍ਰਭੂ ਤੇਰੇ ਗੁਣ ਗਾਉਣ ਦਾ ਮੈਨੂੰ ਕੀ ਲਾਭ ਹੋਇਆ, ਕੀ ਫਾਇਦਾ ਹੋਇਆ। ਖਾਲਸਾ ਜੀ ਇੱਥੇ ਕਰਮ ਦੀ ਫਿਲਾਸਫੀ ਇਹ ਕਹਿੰਦੀ ਹੈ ਕਿ ਜਿਹੜੇ ਪ੍ਰਾਰਬਧ ਕਰਮ ਨੇ ਉਹ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚੇ ਹੋਏ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੇ ਪੈਂਦੇ ਹੈ। ਕਰਮ ਉਹ ਨਸ਼ਟ ਹੁੰਦੇ ਨੇ ਜਿਹੜੇ ਸੰਚਿਤ ਔਰ ਕਿਰਿਆਮਾਨ ਕਰਮ ਹਨ, ਜਿਹੜੇ ਜਨਮ ਜਨਮਾਂ ਦੇ ਇਕੱਠੇ ਕੀਤੇ ਹੋਏ ਔਰ ਅੱਗੇ ਜਿਹੜੇ ਕਿਰਿਆਮਾਨ ਕਰ ਰਹੇ ਆ ਇਹ ਤਾਂ ਹੋ ਜਾਣਗੇ ਨਸ਼ਟ। ਪਰ ਜਿਨ੍ਹਾਂ ਦਾ ਇਹ ਸਰੀਰ ਬਣ ਗਿਆ ਇਹ ਪਰਾਲਬਧ ਭੋਗਣ ਵਾਸਤੇ, ਉਹ ਤਾਂ ਹੁਣ ਭੋਗਣੇ ਹੀ ਪੈਣਗੇ, ਭਾਵੇਂ ਕੋਈ ਬ੍ਰਹਮ ਗਿਆਨ ਦੀ ਅਵਸਥਾ 'ਚ ਕਿਉਂ ਨਾ ਟਿਕ ਜਾਏ। ਉਹ ਸਭ ਨੂੰ ਭੋਗਣੇ ਪੈਂਦੇ ਆ, ਉਹ ਬ੍ਰਹਮ ਗਿਆਨੀਆਂ ਨੂੰ ਵੀ ਭੋਗਣੇ ਪੈਂਦੇ ਆ। ਕਰਮ ਦੀ ਫਿਲਾਸਫੀ ਵਾਲੇ ਮਹਾਪੁਰਸ਼ ਇਉਂ ਉਦਾਹਰਣ ਦਿੰਦੇ ਆ, ਇੱਕ ਤੀਰ ਉਹ ਨੇ ਜਿਹੜੇ ਪੱਥੇ 'ਚ ਪਏ ਨੇ, ਇੱਕ ਤੀਰ ਉਹ ਹੈ ਜਿਹੜਾ ਤੰਦੀ ਤੇ ਚਾੜਿਆ ਹੋਇਆ, ਇੱਕ ਤੀਰ ਉਹ ਹੈ ਜਿਹੜਾ ਤੰਦੀ ਤੇ ਚਾੜ ਕੇ ਛੱਡ ਦਿੱਤਾ। ਜਿਹੜਾ ਤਾਂ ਦਿੱਤਾ ਛੱਡ, ਉਹਨੇ ਤਾਂ ਆਪਣੇ ਨਿਸ਼ਾਨੇ ਤੇ ਕਿਤੇ ਨਾ ਕਿਤੇ ਪਹੁੰਚਣਾ ਹੀ ਹੈ, ਉਹਨੂੰ ਅਸੀਂ ਵਾਪਸ ਨਹੀਂ ਲਿਆ ਸਕਦੇ। ਜਿਹੜਾ ਤੰਦੀ ਤੇ ਧਰਿਆ ਉਹਦੀ ਕਾਨੀ ਤੋੜ ਸਕਦੇ ਆ, ਜਿਹੜੇ ਪੱਥੇ 'ਚ ਪਏ ਨੇ ਉਹ ਸਾੜੇ ਜਾ ਸਕਦੇ ਆ, ਤੋੜੇ ਜਾ ਸਕਦੇ ਆ, ਪਰ ਜਿਹੜਾ ਚੱਲ ਗਿਆ ਉਹਦੇ ਤੇ ਸਾਡਾ ਹੁਣ ਕੋਈ ਵਸ ਨਹੀਂ। ਜਿਹੜੇ ਸਾਡੇ ਜਮਾ ਕੀਤੇ ਗਏ ਕਰਮ ਨੇ ਉਹ ਨੇ ਸੰਚਿਤ ਜਨਮਾਂ ਜਨਮਾਂਤਰਾਂ ਦੇ, ਉਹ ਪੱਥੇ 'ਚ ਪਏ ਤੀਰ ਨੇ, ਉਹ ਵੀ ਨਸ਼ਟ ਹੋ ਜਾਣਗੇ ਰੱਬ ਦੇ ਗੁਣ ਗਾ ਕੇ ਭਜਨ ਕਰਕੇ। ਜਿਹੜੇ ਕਿਰਿਆਮਾਨ ਨੇ ਇਸ ਸਰੀਰ ਵਿੱਚ ਕਰ ਰਹੇ ਆ, ਜਿਹੜੇ ਹਾਲੇ ਚਿਲੇ ਤੇ ਚਾੜੇ ਨੇ, ਛੱਡੇ ਕੋਈ ਨਹੀਂ, ਉਹ ਵੀ ਨਸ਼ਟ ਭ੍ਰਸ਼ਟ ਹੋ ਜਾਣਗੇ ਪਰਮੇਸ਼ਰ ਦੀ ਭਗਤੀ ਕਰਕੇ। ਪਰ ਜਿਹੜਾ ਤੀਰ ਚੱਲ ਗਿਆ ਹੈ, ਪਰਾਲਬਧ ਜਿਹਦੀ ਆ ਸਰੀਰ ਬਣ ਗਿਆ, ਇਹ ਤਾਂ ਹੁਣ ਆਪਣੇ ਨਿਸ਼ਾਨੇ ਤੇ ਭੋਗ ਕੇ ਹੀ ਖਤਮ ਹੋਵੇਗਾ ਨਾ। ਪਰਾਲਬਧ ਤਾਂ ਭੋਗਣੀ ਪਵੇਗੀ, ਉਹ ਸਭ ਨੂੰ ਭੋਗਣੀ ਪੈਂਦੀ ਹੈ। ਸੰਚਿਤ ਔਰ ਕਿਰਿਆਮਾਨ ਕਰਮ ਪਰਮੇਸ਼ਰ ਦੀ ਇਬਾਦਤ ਕੀਤਿਆਂ ਨਸ਼ਟ ਭ੍ਰਸ਼ਟ ਹੋ ਜਾਂਦੇ ਹੈ। ਚੌਧਰੀ ਸ਼ਮੀਰ ਕਹਿੰਦਾ ਕਲਗੀਧਰ ਜੀ ਨੂੰ, ਮਹਾਰਾਜ ਤੁੱਠੇ ਹੋ ਤਾਂ ਮੇਰਾ ਜਨਮ ਮਰਨ ਕੱਟ ਦਿਓ। ਪਾਤਸ਼ਾਹ ਕਹਿੰਦੇ ਹੋਰ ਕੋਈ ਗੱਲ ਕਰ, ਕੁਝ ਹੋਰ ਮੰਗ ਲੈ। ਕਹਿੰਦਾ ਨਹੀਂ ਮਹਾਰਾਜ ਜਨਮ ਮਰਨ ਕੱਟੋ। ਕੁਝ ਦਿਨ ਬੀਤੇ, ਪਾਤਸ਼ਾਹ ਫਿਰ ਕਹਿੰਦੇ ਚੌਧਰੀ ਸ਼ਮੀਰ ਤੂੰ ਸਾਡੀ ਬੜੀ ਸੇਵਾ ਕੀਤੀ ਆ, ਮੰਗ। ਕਹਿੰਦਾ ਜੀ ਮੇਰਾ ਜਨਮ ਮਰਨ ਕੱਟ ਦਿਓ।
ਪਾਤਸ਼ਾਹ ਨੇ ਫਿਰ ਟਾਲਾ ਕਰ ਦਿੱਤਾ। ਤੀਜੀ ਵਾਰ ਫਿਰ ਇੱਕ ਦਿਨ ਪਾਤਸ਼ਾਹ ਕਹਿੰਦੇ ਆ ਸ਼ਮੀਰ ਮੰਗ, ਕਹਿੰਦਾ ਮੇਰਾ ਜਨਮ ਮਰਨ ਕੱਟ ਦਿਓ। ਮਹਾਰਾਜ ਜੀ ਹੱਸ ਪਏ, ਕਹਿੰਦੇ ਭਾਈ ਜੇ ਤੇਰੇ ਵਰਗਾ ਕੋਈ ਅੜੀਅਲ ਹੋਵੇ ਤੇ ਕੰਧ ਕੋਲੋਂ ਮੰਗਣ ਲੱਗ ਪਏ ਤੇ ਕੰਧ ਨੂੰ ਵੀ ਦੇਣਾ ਪੈ ਜਾਏ, ਵੀ ਕੰਧ ਕੋਲੋਂ ਮੰਗਣ ਲੱਗ ਪਵੇ ਤਾਂ ਉਹਨੂੰ ਕੰਧ ਨੂੰ ਵੀ ਦੇਣਾ ਪੈ ਜਾਏ ਤੇ ਅਸੀਂ ਵੀ ਹੁਣ ਦੇਵਾਂਗੇ ਫਿਰ ਜੇ ਤੂੰ ਮੰਗਦਾ ਬਾਰ-ਬਾਰ। ਕਹਿੰਦੇ ਕੱਲ ਆਵੀਂ। ਚੌਧਰੀ ਸ਼ਮੀਰ ਘਰ ਗਿਆ, ਰਾਤ ਨੂੰ ਸੁੱਤਾ ਤੇ ਸੁੱਤਾ ਪਿਆ ਸੁਪਨਾ ਵੇਖਦਾ ਹੈ। ਸੁਪਨੇ ਵਿੱਚ ਇਹ ਸਰੀਰ ਛੱਡ ਦਿੱਤਾ ਜਿਹੜਾ ਉਹਦਾ ਹੈ, ਇੱਕ ਕੂਕਰ ਦੀ ਜੂਨੇ ਪਿਆ। ਕੁੱਤੇ ਦੀ ਜੂਨ ਭੋਗਣ ਤੋਂ ਬਾਅਦ ਇੱਕ ਕਾਂ ਦੀ ਜੂਨ ਚ ਆਇਆ ਹੈ। ਕਈ ਜੂਨੀਆਂ ਚ ਭਟਕਦਾ ਭਟਕਦਾ ਇੱਕ ਚੰਡਾਲ ਦਾ ਜਨਮ ਮਿਲਿਆ ਤੇ ਚੰਡਾਲ ਦੇ ਜਨਮ ਚ ਰਾਤ ਨੂੰ ਇਹਨੇ ਪੀਲੂ ਖਾਧੇ ਹੈ। ਇੱਕਦਮ ਸਵੇਰੇ ਅੱਖ ਖੁੱਲੀ ਹੈ ਤੇ ਡਰ ਗਿਆ, ਭੈ ਭੀਤ ਹੋ ਗਿਆ। ਇਹ ਕਿਹੋ ਜਿਹਾ ਸੁਪਨਾ ਸੀ? ਸਰੀਰ ਦੀ ਕਿਰਿਆ ਸੋਧਣ ਗਿਆ ਤੇ ਹੈਰਾਨੀ ਦੀ ਹੱਦ ਨਾ ਰਹੀ ਕਿ ਵਿਸਟਾ ਚ ਪੀਲੂ ਦੇ ਬੀਜ ਨੇ। ਸੋਚਦਾ ਵੀ ਇਹ ਤਾਂ ਸੁਪਨੇ ਚ ਖਾਧੇ ਸਨ, ਜਾਗਦਿਆਂ ਤਾਂ ਨਹੀਂ। ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ, ਕਲਗੀਧਰ ਨੂੰ ਪ੍ਰਣਾਮ ਕੀਤੀ। ਮਹਾਰਾਜ ਜੀ ਕਹਿੰਦੇ ਆ ਗਿਆ ਸ਼ਮੀਰ? ਕਹਿੰਦਾ ਹਾਂ ਮਹਾਰਾਜ, ਪਰ ਅਜੀਬੋ ਗਰੀਬ ਰਾਤ ਸੁਪਨਾ ਵੇਖਿਆ। ਅਕਸਰ ਸੁਪਨੇ ਆਉਂਦੇ ਨੇ, ਭੁੱਲ ਜਾਂਦੇ ਨੇ, ਪਰ ਕੁਝ ਸੁਪਨੇ ਐਸੀ ਚੋਟ ਕਰਦੇ ਨੇ ਚੇਤੇ ਰਹਿੰਦੇ ਹਨ। ਮਹਾਰਾਜ ਐਸਾ ਸੁਪਨਾ ਆਇਆ, ਮੇਰੇ ਹਾਲੇ ਤੱਕ ਰੋਮ ਡਰ ਨਾਲ ਖਿੜੇ ਹੋਏ ਨੇ, ਮੈਂ ਭੈ ਭੀਤ ਹਾਂ। ਪਾਤਸ਼ਾਹ ਕਹਿੰਦੇ ਤੈਂ ਹੀ ਮੰਗਦਾ ਸੀ ਨਾ ਸਾਡਾ ਜਨਮ ਮਰਨ ਕੱਟ ਦਿਓ। ਇੰਨੇ ਜਨਮ ਤੂੰ ਹਾਲੇ ਹੋਰ ਧਾਰਨੇ ਸਨ, ਤੇਰੇ ਸੰਚਿਤ ਕਰਮ ਸੀ, ਜਮਾ ਕਰਮ, ਜਿਨ੍ਹਾਂ ਦਾ ਫਲ ਤੈਨੂੰ ਭੋਗਣਾ ਪੈਣਾ ਸੀ। ਪਰ ਤੂੰ ਸਾਡੀ ਸੇਵਾ ਕੀਤੀ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਹੈ। ਜਿਹੜੇ ਜਨਮ ਤੂੰ ਅਨੇਕਾਂ ਧਾਰਨ ਕਰਨੇ ਸਨ ਉਹ ਅਸੀਂ ਸਾਰੇ ਤੇਰੇ ਇੱਕੋ ਸੁਪਨੇ ਵਿੱਚ ਕੱਟ ਦਿੱਤੇ ਹਨ। ਗੁਰੂ ਸਮਰੱਥ ਦੇਵ ਹੈ। ਸਤਿਗੁਰੂ ਜੀ ਸਾਡੇ ਸੰਚਿਤ ਔਰ ਕਿਰਿਆਮਾਨ ਕਰਮਾਂ ਨੂੰ ਨਸ਼ਟ ਭ੍ਰਸ਼ਟ ਕਰ ਦਿੰਦੇ ਹਨ, ਪਰ ਜਿਹੜੇ ਪ੍ਰਾਰਬਧ ਕਰਮ ਨੇ ਉਹ ਤਾਂ ਭੋਗਣੇ ਹੀ ਪੈਣਗੇ ਨਾ, ਉਹ ਸਭ ਨੂੰ ਭੋਗਣੇ ਪੈਂਦੇ ਹਨ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਹੇ ਪ੍ਰਭੂ, ਹੇ ਅਕਾਲ ਪੁਰਖ, ਤੇਰੇ ਗੁਣ ਗਾਣ ਦਾ ਕੀ ਫਾਇਦਾ ਹੋਇਆ ਜੇ ਮੇਰੇ ਕਰਮ ਹੀ ਨਾਸ ਨਹੀਂ ਹੁੰਦੇ। ਸਿੰਘ ਸਰਣ ਕਤ ਜਾਈਐ ਜੋ ਜੰਬਕ ਗਰਾਸੈ, ਸ਼ੇਰ ਦੀ ਸ਼ਰਨ ਚ ਜਾਣ ਦਾ ਕੀ ਲਾਭ ਜੇ ਗਿੱਦੜਾ ਨਹੀਂ ਖਾ ਜਾਣਾ ਹੈ। ਰਹਾਉ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ। ਫਿਰ ਭਗਵਾਨ ਜੀ ਬੋਲੇ, ਸਦਨੇ ਨਾਲ ਗੱਲਾਂ ਪੇ ਕਰਦੇ ਨੇ, ਐਨ ਮੌਕੇ ਤੇ ਆ ਕੇ ਬੌੜੀ ਕਰਦੇ ਆ ਪਰਮੇਸ਼ਰ ਵੀ। ਐਨ ਜਦੋਂ ਪੂਰਾ ਮੌਕਾ ਹੁੰਦਾ ਨਾ, ਉਦੋਂ ਹੀ ਜਦੋਂ ਹੀ ਵੇਖਦਾ ਵੀ ਬਸ ਹੁਣ ਗਿਆ ਤੇ ਝੱਟ ਆ ਖਲੋਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਸਿਰ ਤੇ ਹੱਥ ਧਰ ਕੇ ਵੀ ਤੈਨੂੰ ਕਿਤੇ ਨਹੀਂ ਜਾਣ ਦਿੰਦੇ, ਕੋਲ ਆ। ਪਰ ਜਦੋਂ ਤੱਕ ਬੰਦਾ ਵੀ ਇਹ ਨਹੀਂ ਨਾ ਸੋਚਦਾ ਵੀ ਬਸ ਹੁਣ ਗਿਆ, ਉਦੋਂ ਤੱਕ ਇਹ ਵੀ ਆਪਣੇ ਹਿਰਦੇ ਚੋਂ ਹੱਠ ਨਹੀਂ ਛੱਡਦਾ ਵੀ ਮੈਂ ਹਾਂ। ਪਰ ਜਦੋਂ ਕਹਿੰਦਾ ਨਾ ਗਿਆ, ਤੇ ਬਸ ਗਿਆ ਜਾਂਦਿਆਂ ਵੇਖ ਕੇ ਸਤਿਗੁਰੂ ਜੀ ਬੌੜੀ ਕਰ ਲੈਂਦੇ ਹਨ। ਮਹਾਰਾਜ ਜੀ ਫਿਰ ਕਹਿ ਰਹੇ ਭਗਵਾਨ ਜੀ, ਕਹਿੰਦੇ ਹੌਸਲਾ ਕਰ ਸਦਨਿਆ, ਆ ਗਏ ਆ। ਭਾਈ ਮਰਦਾਨਾ ਕਹਿੰਦਾ ਮਹਾਰਾਜ ਹੁਣ ਪਾ ਦੇਣ ਲੱਗਾ ਤੇਲ ਦੇ ਕੜਾਏ ਚ ਕੌਡਾ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਆ ਗਏ ਆ। ਮਹਾਰਾਜ ਆਇਆਂ ਦਾ ਕੀ ਫਾਇਦਾ ਜੇ ਖਲੋਤਿਆਂ ਤੁਹਾਡੇ ਵੇਖਦਿਆਂ ਨੇ ਤਲ ਲਿਆ। ਪਾਤਸ਼ਾਹ ਕਹਿੰਦੇ ਹੌਸਲਾ ਕਰ ਮਰਦਾਨਿਆ, ਖੜੇ ਆ ਕੋਲ। ਮਰਦਾਨਾ ਫਿਰ ਕਹੀ ਜਾਂਦਾ ਮਹਾਰਾਜ ਰੱਖ ਲੋ। ਇਹਨੇ ਨੂੰ ਕੌਡੇ ਨੇ ਚੱਕ ਲਿਆ, ਪਾਣ ਲੱਗਾ ਤੇਲ ਦੇ ਕੜਾਏ ਚ। ਪਾਤਸ਼ਾਹ ਹੁਣ ਤਾਂ ਬਚਾ ਲੋ। ਮਹਾਰਾਜ ਕਹਿੰਦੇ ਬਚਾਉਨੇ ਆ ਕਦੋਂ? ਜਦੋਂ ਸੁੱਟ ਦਿੱਤਾ ਤੇਲ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਬਚਾਉਨੇ ਆ ਭਾਈ। ਕਹਿੰਦੇ ਇੰਨੇ ਨੂੰ ਤੇਲ ਦੇ ਕੜਾਏ ਵਿੱਚ ਸੁੱਟਿਆ ਤੇ ਕਹਿੰਦਾ ਮਹਾਰਾਜ ਬਸ ਗਿਆ। ਪਾਤਸ਼ਾਹ ਨੇ ਦਇਆ ਦ੍ਰਿਸ਼ਟੀ ਕੀਤੀ ਤੇ ਤਪਦਾ ਹੋਇਆ ਤੇਲ ਦਾ ਖੜਾ ਠੰਡਾ ਠਾਰ ਤੇ ਸ਼ੀਤਲ ਹੋ ਗਿਆ। ਬਸ ਇਹੀ ਵੇਖਦੇ ਆ ਸਤਿਗੁਰੂ ਵੀ ਕਦੋਂ ਇਹ ਆਪਣਾ ਆਪ ਛੱਡੇ ਤੇ ਮੈਂ ਇਹਦੀ ਬੌੜੀ ਕਰਾਂ। ਮਹਾਰਾਜ ਕਹਿੰਦੇ ਸਦਨਿਆ ਆ ਗਏ ਆ। ਤੇ ਸਦਨਾ ਜੀ ਅੱਗੋਂ ਕਹਿੰਦੇ ਮਹਾਰਾਜ
ਪਾਣੀ ਦੀ ਇੱਕ ਬੂੰਦ ਖਾਤਰ ਬਬੀਹਾ ਦੁੱਖ ਪਾਉਂਦਾ, ਕਿਉਂਕਿ ਬਬੀਹੇ ਨੂੰ ਤਾਂ ਸਵਾਂਤੀ ਬੂੰਦ ਮਿਲੇ ਤੇ ਉਹਦੀ ਪਿਆਸ ਬੁਝਦੀ ਹੈ ਨਾ। ਪਾਣੀ ਦੀ ਇੱਕ ਬੂੰਦ ਵਾਸਤੇ ਚਾਤਰਿਕ ਦੁੱਖ ਪਾਵੈ, ਬਬੀਹਾ ਦੁਖੀ ਹੁੰਦਾ, ਬੜਾ ਬੇਬਲ ਹੁੰਦਾ, ਦਿਨ ਰਾਤ ਪ੍ਰਿਓ 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 ਦੀ ਲਟਕ ਲਾ ਕੇ ਰੱਖਦਾ ਵੀ ਮੇਰੀ ਪਿਆਸ ਬੁਝ ਜਾਏ। ਪਾਣੀ ਦੀ ਇੱਕ ਬੂੰਦ ਵਾਸਤੇ ਉਹ ਬਬੀਹਾ ਤੜਫਦਾ ਤੇ ਤਰਸਦਾ ਹੈ। ਪ੍ਰਾਨ ਗਏ ਸਾਗੁਰ ਮਿਲੈ, ਹੁਣ ਕਾਮ ਨ ਆਵੈ। ਹੇ ਪ੍ਰਭੂ, ਜਦੋਂ ਪ੍ਰਾਣ ਚਲੇ ਜਾਣ ਬਬੀਏ ਦੇ ਤੇ ਬਾਅਦ ਚ ਉਹਦੇ ਵਾਸਤੇ ਸਾਗਰ ਪਾਣੀ ਦਾ ਭਰ ਕੇ ਰੱਖ ਦਿਓ, ਉਹਦੇ ਕਿਹੜੇ ਕੰਮ ਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਮਿੱਠੇ ਮਿੱਠੇ ਜੋ ਲਾਂਭੇ ਨੇ, ਮਿੱਠੇ ਉਲਾਂਭੇ ਭਗਤੀ ਭਾਵ ਦੇ ਵਿੱਚ ਪੰਡਤ ਗੁਲਾਬ ਸਿੰਘ ਜੀ ਹੋਏ ਬੜੇ ਪ੍ਰਸਿੱਧ ਮਹਾਂਪੁਰਸ਼ ਵਿਦਵਾਨ, ਨਿਰਮਲ ਸੰਪਰਦਾਇ ਦੇ ਵਿਭੂਸ਼ਣ ਸਨ ਪੰਡਤ ਗੁਲਾਬ ਸਿੰਘ ਜੀ। ਉਹਨਾਂ ਦੀ ਇੱਕ ਪੁਸਤਕ ਹੈ ਭਾਵ ਰਸਾਮ੍ਰਿਤ ਗ੍ਰੰਥ, ਉਹਦੇ ਚ ਲਿਖਦੇ ਹੈ, ਉਹ ਕਹਿੰਦੇ ਮਹਾਰਾਜ ਉਹ ਹਾਥੀ ਸੀ ਨਾ ਜਿਹੜਾ ਬੰਨਿਆ ਹੋਇਆ ਸੀ ਪਾਣੀ ਦੇ ਵਿੱਚ, ਸੁਦਰਸ਼ਨ ਚੱਕਰ ਨੇ ਤੰਦੂਏ ਨੇ ਉਹਦੀਆਂ ਲੱਤਾਂ ਪਕੜੀਆਂ, ਜਕੜੀਆਂ ਹੋਈਆਂ, ਤੇ ਉਹਨੇ ਕਮਲ ਦਾ ਫੁੱਲ ਭੇਟਾ ਕੀਤਾ ਤੇ ਤੂੰ ਝੱਟ ਪ੍ਰਗਟ ਹੋ ਕੇ ਤੰਦੂਏ ਦੀਆਂ ਤੰਦਾਂ ਕੱਟ ਕੇ ਉਹਨੂੰ ਬਚਾ ਲਿਆ। ਨੌਵੇਂ ਪਾਤਸ਼ਾਹ ਦੀ ਉਦਾਹਰਣ ਦਿੰਦੇ ਗੁਰਬਾਣੀ 'ਚ। ਮਹਾਰਾਜ ਸੁਦਾਮਾ ਸੀ, ਦਲਿੱਦਰੀ ਸੀ, ਗਰੀਬ ਸੀ, ਤੰਦਲ ਲੈ ਕੇ ਆਇਆ ਭਗਵਾਨ ਦੇ ਚਰਨਾਂ 'ਚ ਤੇ ਝਾਟੋ ਦੀ ਬੌੜੀ ਕਰਕੇ ਉਹਨੂੰ ਰਾਜਾ ਬਣਾ ਦਿੱਤਾ। ਹੇ ਪ੍ਰਭੂ, ਮੈਂ ਇਹ ਤੇ ਸੁਣਿਆ ਸੀ ਵੀ ਦੁਨੀਆ ਦੇ ਲੋਕ ਰਿਸ਼ਵਤਖੋਰ ਨੇ, ਉਹ ਕੋਈ ਨਾ ਕੋਈ ਰਿਸ਼ਵਤ ਲੈ ਕੇ ਮੁਕਤ ਕਰਦੇ ਆ, ਕੰਮ ਕਰਦੇ ਆ, ਪਰ ਹੇ ਪ੍ਰਭੂ ਲੋਕਾਂ ਵਾਲੀ ਉਹ ਬਾਣ ਤੂੰ ਵੀ ਧਾਰਨ ਕਰ ਲਈ ਆ ਵੀ ਤੂੰ ਵੀ ਹੁਣ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ। ਮੇਰੇ ਕੋਲ ਤਾਂ ਤੰਦੁਲ ਵੀ ਕੋਈ ਨਹੀਂ ਗਰੀਬ ਵਾਲੇ ਕਿ ਮੈਂ ਤੇਰੇ ਅੱਗੇ ਭੇਟ ਕਰਾਂ ਤੇ ਤੂੰ ਮੇਰੇ ਤੇ ਕਿਰਪਾ ਕਰ ਦੇਵੇਂ। ਇਹ ਕਹਿੰਦੇ ਭਗਤੀ ਭਾਵ ਚ ਮਿੱਠੇ ਉਲਾਂਭੇ, ਪਰਮੇਸ਼ਰ ਦੀ ਕੀਤੀ ਤੇ ਕਿੰਤੂ ਨਹੀਂ, ਆਪਣੇ ਪ੍ਰੇਮ ਭਾਵ ਚ ਭਿੱਜ ਕੇ, ਪ੍ਰਭੂ ਦੇ ਪ੍ਰੇਮ ਚ ਭਿੱਜ ਕੇ। ਮਹਾਰਾਜ ਉਹ ਬਬੀਹਾ ਇੱਕ ਪਾਣੀ ਦੀ ਬੂੰਦ ਵਾਸਤੇ ਤੜਫਦਾ ਮਰ ਜਾਂਦਾ ਹੈ, ਮੁੜ ਕੇ ਉਹਨੂੰ ਸਮੁੰਦਰ ਮਿਲ ਜੇ ਉਹਦੇ ਕਿਹੜੇ ਕੰਮ ਦਾ? ਪ੍ਰਾਨ ਗਏ ਸਾਗਰ ਮਿਲੈ, ਹੁਣ ਕਾਮ ਨਾ ਆਵੇ, ਮੁੜ ਕੇ ਉਹ ਕੰਮ ਨਹੀਂ ਆਉਂਦੇ। ਮਹਾਰਾਜ ਜਦੋਂ ਇਹਨਾਂ ਨੇ ਬੁਰਜ 'ਚ ਚਿਣ ਦਿੱਤਾ ਤੇ ਫਿਰ ਬਚਾਓਗੇ, ਫਿਰ ਕਿਹੜਾ ਬਚਾਇਆ, ਫਿਰ ਕਿਹੜੇ ਕੰਮ ਦਾ? ਮਹਾਰਾਜ ਇਹ ਤਾਂ ਇਸ ਬੁਰਜ 'ਚ ਚਿਣੇ ਜਾਣ ਤੋਂ ਪਹਿਲਾਂ ਪਹਿਲਾਂ ਬਚਾ ਲਓ ਤੇ ਮੈਂ ਰੱਖਿਆ ਜਾ ਸਕਦਾ ਹਾਂ। ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵਾ। ਮਹਾਰਾਜ ਇਹ ਪ੍ਰਾਣ ਥੱਕ ਗਏ ਨੇ, ਥਿਰ ਨਹੀਂ ਰਹਿ ਰਹੇ, ਤੇ ਮੈਂ ਹੁਣ ਕਿਵੇਂ ਬਿਰਮ ਜਾਵਾਂ, ਕਿਵੇਂ ਆਪਣੇ ਮਨ ਨੂੰ ਹੌਸਲਾ ਕਰਕੇ ਟਿਕਾਵਾਂ। ਬੂੜ ਮੋਏ ਨੌਕਾ ਮਿਲੈ, ਕਹੋ ਕਾਹੇ ਚੜਾਵਾ। ਭਗਵਾਨ ਜੀ ਕਹਿੰਦੇ ਕੋਈ ਨਹੀਂ, ਹੌਸਲਾ ਕਰੋ ਸਦਨਾ ਜੀ, ਆ ਗਏ ਆ ਤੁਹਾਡੇ ਪਾਸ ਹੀ ਖੜੇ ਆ। ਤੇ ਫਿਰ ਕਹਿੰਦੇ ਮਹਾਰਾਜ ਜਦੋਂ ਡੁੱਬ ਕੇ ਮਰ ਗਿਆ ਤੇ ਬਾਅਦ ਚ ਲਾਸ਼ ਚੁੱਕ ਕੇ ਨੌਕਾ 'ਚ ਰੱਖ ਦਿਓ, ਕਿਸ਼ਤੀ 'ਚ ਰੱਖ ਦਿਓ, ਕਿਹੜੇ ਕੰਮ ਦੀ? ਡੁੱਬਣ ਤੋਂ ਪਹਿਲਾਂ ਜੇ ਕਿਸ਼ਤੀ 'ਚ ਬਿਠਾਓਗੇ ਤੇ ਬਚ ਸਕਦਾ, ਜੇ ਡੁੱਬ ਕੇ ਮਾਰੀ ਗਿਆ ਫਿਰ ਕਿਸ਼ਤੀ ਤੇ ਚੜਾਓ ਤੇ ਮਹਾਰਾਜ ਕਿਹੜੇ ਕੰਮ ਦੀ ਉਹ ਕਿਸ਼ਤੀ ਮੇਰੇ ਵਾਸਤੇ? ਬੂੜ ਮੂਹੇ ਨੌਕਾ ਮਿਲ, ਡੁੱਬ ਕੇ ਜਦੋਂ ਮਰ ਗਏ ਪਾਣੀ ਵਿੱਚ ਫਿਰ ਕਿਸ਼ਤੀ ਮਿਲੇ, ਹੁਣ ਕਹੋ ਕਾਹੇ ਚੜਾਵੋ। ਮਹਾਰਾਜ ਫਿਰ ਉਹਦੇ ਤੇ ਚੜਾਇਆ ਕੀ ਫਾਇਦਾ? ਮੁਰਦੇ ਨੂੰ ਜਦੋਂ ਜਿੱਥੇ ਮਰਜੀ ਸੁੱਟੋ ਫਿਰ ਤਾਂ ਡੁੱਬਿਆ ਹੀ ਰਹਿਣ ਦਿਓ, ਫਿਰ ਤਾਂ ਕਿਸ਼ਤੀ ਤੇ ਚੜਾਉਣ ਦਾ ਵੀ ਕੋਈ ਫਾਇਦਾ ਨਹੀਂ। ਬਚਾਉਣਾ ਤਾਂ ਹੁਣੇ ਬਚਾਓ ਮਹਾਰਾਜ, ਰੱਖਣਾ ਤਾਂ ਹੁਣੇ ਰੱਖੋ। ਭਗਵਾਨ ਜੀ ਕਹਿੰਦੇ ਸਦਨਿਆ ਹਾਲੇ ਤੂੰ ਹੈ, ਹਾਲੇ ਤੂੰ ਹੈ ਕਿ ਤੂੰ ਆਪਣੇ ਆਪ ਨੂੰ ਬਚਾਉਣ ਲਈ ਤਰਲੋ ਮੱਛੀ ਹੈ?
ਹਾਲੇ ਤੂੰ ਹੈ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਏਦਾਂ ਤਰਲੋ ਮੱਛੀ ਹੋ ਰਿਹਾ। ਬਸ ਸਮਝ ਪੈ ਗਈ ਅਖੀਰਲੀਆਂ ਪੰਕਤੀਆਂ ਵਿੱਚ, ਬਸ ਇਹ ਭਾਵ ਆ ਜੇ ਸਾਡੇ ਹਿਰਦਿਆਂ 'ਚ। ਤੋ ਮਹਾਰਾਜ ਭਗਤ ਸਧਨਾ ਜੀ ਕਹਿੰਦੇ ਹਨ, ਮੈਂ ਨਾਹੀ ਕਛ ਹਉ ਨਹੀਂ, ਕਿਛ ਆਹੇ ਨ ਮੂਰਾ। ਕਹਿੰਦੇ ਹੇ ਪ੍ਰਭੂ, ਮੈਂ ਨਾ ਪਹਿਲਾਂ ਸੀ, ਨਾ ਹੁਣ ਕੁਝ ਹਾਂ, ਤੇ ਨਾ ਆਉਣ ਵਾਲੇ ਸਮੇਂ ਵਿੱਚ ਮੇਰਾ ਕੁਝ ਹੈ। ਹੇ ਗਰੀਬ ਨਵਾਜ, ਬਸ ਤੂੰ ਹੀ ਤੂੰ ਹੈ। ਅਕਾਲ ਪੁਰਖ ਜੀ ਕਹਿੰਦੇ ਸਧਨਿਆਂ, ਬਸ ਮੈਂ ਇਹੀ ਪਿਆ ਵੇਖਦਾ ਸੀ ਕਿ ਤੂੰ ਕਦੋਂ ਕਹੇ ਕਿ ਮੈਂ ਹਾਂ ਹੀ ਨਹੀਂ, ਤੂੰ ਹੀ ਤੂੰ ਹੈ। ਤੇ ਹੁਣ ਤੂੰ ਆਪਣੇ ਆਪ ਨੂੰ ਭਾਵੇਂ ਰੱਖ ਤੇ ਭਾਵੇਂ ਮਾਰ, ਇਹ ਤੇਰੀ ਮਰਜ਼ੀ ਹੈ। ਬਸ ਮੈਂ ਇਹੀ ਸੁਣਨਾ ਚਾਹੁੰਦਾ ਸੀ, ਵੇਖਣਾ ਹੀ ਇਹ ਚਾਹੁੰਦਾ ਸੀ। हे ਪ੍ਰਭੂ, ਮੈਂ ਨਹੀਂ ਹਾਂ, ਮੇਰੇ 'ਚ ਕੋਈ ਹਉਮੈ ਨਹੀਂ ਹੈ, ਮੇਰਾ ਕੁਝ ਵੀ ਨਹੀਂ ਹੈ। ਕਛ ਆਹੇ ਨਾ ਮੋਰਾ, ਮੇਰਾ ਕੁਝ ਵੀ ਨਹੀਂ ਹੈ। ਗਰੀਬ ਨਵਾਜ ਇਹਨੂੰ ਕਹਿੰਦੇ ਆ ਢਹਿ ਪੈਣਾ। ਅਬ ਹਮ ਚਲੀ ਠਾਕੁਰ ਪੈ ਹਾਰ, ਇਹਨੂੰ ਕਹਿੰਦੇ ਆ ਢਹਿ ਕੇ ਬੇਨਤੀ ਕਰਨੀ, ਮੇਲ ਲੈਹੋ ਦਇਆਲ। ਢਹਿ ਪਏ ਦੁਆਰਿਆ, ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ 'ਚ ਢਹਿ ਪਿਆ ਹਾਂ, ਰੱਖ ਲਓ, ਤੁਹਾਡੀ ਪਨਾਹ ਵਿੱਚ ਰੱਖ ਲਓ। ਮਹਾਰਾਜ ਮੇਰਾ ਕੁਝ ਵੀ ਨਹੀਂ। ਆਹਾ, ਕਲਗੀਧਰ ਸਵਾਮੀ ਬੜਾ ਸੁੰਦਰ ਬਚਨ ਕਰਦੇ। ਉਹ ਕਹਿੰਦੇ ਹੇ ਪ੍ਰਭੂ, ਮੈਨੂੰ ਕੌਣ ਜਾਣਦਾ ਹੈ? ਕੁੱਤੇ ਨੂੰ ਜਦੋਂ ਕੋਈ ਮਾਰਦਾ ਹੈ ਤੇ ਇਹ ਕਹਿ ਕੇ ਮਾਰਦਾ, ਉਹ ਪਰੇ ਮਰ, ਤੇਰੇ ਖਸਮ ਮਰਨ। ਮਹਾਰਾਜ ਮੇਰੀ ਦਸ਼ਾ ਕੁਝ ਇਹੋ ਜੀ ਹੈ। ਮਾਰਤ ਹੈ ਤਾਕੋ ਲੈ ਕੇ ਖਾਵੰਦ ਕੋ ਨਾਮ ਹੈ, ਉਹਦੇ ਮਾਲਕ ਦਾ ਨਾਮ ਲੈ ਕੇ ਉਹਨੂੰ ਮਾਰ ਦੇ, ਤੇਰੇ ਖਸਮ ਮਰਨ, ਪਰੇ ਹਟ। ਹੇ ਪ੍ਰਭੂ, ਮੈਂ ਤਾਂ ਕੁਝ ਵੀ ਨਹੀਂ, ਤੇਰੇ ਦਰ ਦਾ ਸੇਵਕ ਹਾਂ, ਤੇਰੇ ਨਾਂ ਨੂੰ ਲਾਜ ਹੈ। ਕੱਲ ਨੂੰ ਇਹੀ ਕਿਹਾ ਜਾਣਾ ਇਹ ਗੁਰੂ ਨਾਨਕ ਦਾ ਸੇਵਕ ਹੈ, ਮੈਨੂੰ ਕੌਣ ਜਾਣੇ? ਮੈਨੂੰ ਨਹੀਂ ਜੇ ਕੋਈ ਜਾਣਦਾ। ਸਤਿਗੁਰੂ ਤੇਰੇ ਨਾਂ ਦੀ ਲਾਜ ਤੈਂ ਰੱਖਣੀ। ਕਛ ਆਹੇ ਨਾ ਮੋਰਾ, ਮਹਾਰਾਜ ਮੇਰਾ ਕੁਝ ਵੀ ਨਹੀਂ। ਅਵਸਰ ਲੱਜਾ ਰਾਖ ਲਿਹੋ, ਸਾਧਨਾ ਜਨ ਤੋਰਾ। ਅਵਸਰ ਕਹਿੰਦੇ ਆ ਵੇਲੇ ਨੂੰ। ਮਹਾਰਾਜ ਹੁਣ ਵੇਲਾ ਹੈ ਮੇਰੀ ਲੱਜਾ ਰੱਖਣ ਦਾ, ਰੱਖ ਲਓ। ਇਹ ਸਧਨਾ ਤੇਰਾ ਜਨ ਹੈ, ਤੇਰਾ ਸੇਵਕ ਹੈ, ਆਪਣੇ ਸੇਵਕ ਦੀ ਲੱਜਿਆ ਆਪ ਕਿਰਪਾ ਕਰਕੇ ਰੱਖ ਲਓ। ਇਹ ਸੁਣਦਿਆਂ ਸਾਰ ਵਾਹਿਗੁਰੂ ਜੀ ਨੇ ਉਹ ਬੁਰਜ ਨੂੰ ਤੋੜ ਕੇ ਚਕਨਾਚੂਰ ਕੀਤਾ। ਉਹੀ ਇੱਟਾਂ ਉੱਡ ਕੇ ਆਲੇ ਦੁਆਲੇ ਖੜੇ ਸਿਪਾਹੀਆਂ ਨੂੰ ਵੱਜੀਆਂ, ਨੇਕਾਂ ਮਾਰੇ ਗਏ। ਹਾਕਮ ਡਰ ਗਿਆ। ਭਗਤ ਸਧਨਾ ਦੇ ਚਰਨਾਂ ਦੀ ਸ਼ਰਣੀ ਪੈ ਕੇ ਆਪਣੀ ਭੁੱਲ ਦੀ ਖਿਮਾ ਦੀ ਯਾਚਨਾ ਕੀਤੀ। ਧੰਨ ਭਗਤ ਸਧਨਾ ਜੀ, ਜਿਨ੍ਹਾਂ ਦੀ ਐਸੀ ਵੱਡੀ ਕਮਾਈ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਿਨਾਂ ਦੀ ਵੱਡੀ ਕਮਾਈ ਦਾ ਸਤਿਕਾਰ ਕਰਦਿਆਂ ਉਹਨਾਂ ਦੀ ਬਾਣੀ, ਆਪਣੀ ਬਾਣੀ ਦੇ ਮਾਨਿੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਹਾਨ ਵਡਿਆਈ ਤੇ ਸਤਿਕਾਰ ਭਗਤ ਸਧਨਾ ਜੀ ਨੂੰ ਦਿੱਤਾ। ਨਮਸਕਾਰ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।